ਗੋਲਡੀ ਬਰਾੜ ਜਿਸ ਤਰੀਕੇ ਨਾਲ ਬਿਆਨ ਦੇ ਰਿਹਾ ਸਿੱਧੂ ਮੂਸੇਵਾਲੇ ਨੂੰ ਲੈ ਕੇ ਕਿ ਸ਼ਹੀਦਾਂ ਨਾਲ ਤੁਲਨਾ ਨਹੀਂ ਕਰਨੀ, ਸ਼ਹੀਦ ਨਹੀਂ ਕਹਿਣਾ, ਫੋਟੋਆਂ ਇਕੱਠੀਆਂ ਨਹੀਂ ਲਾਉਣੀਆਂ ਹੁੰਦੀਆਂ, ਅਸੀਂ ਬਦਲਾ ਲਿਆ ਉਹਦੇ ਭਰਾਵਾਂ ਦਾ, ਸਾਨੂੰ ਇਨਸਾਫ ਨਹੀਂ ਮਿਲਿਆ ਸੀ। ਇਹ ਸ਼ਬਦ ਕਿੰਨੇ ਕੁ ਸਹੀ ਲੱਗਦੇ? ਗੋਲਡੀ ਨੇ ਕੀ ਕਿਹਾ, ਗੋਲਡੀ ਨੇ ਕਿਉਂ ਕਿਹਾ, ਸਿੱਧੂ ਦਾ ਉਹਨਾਂ ਨਾਲ ਕੀ ਰੌਲਾ ਸੀ ਕੀ ਨਹੀਂ ਸੀ, ਇਹ ਮੈਟਰ ਕਿੱਥੋਂ ਕਰਦਾ? ਜਿਹਦਾ ਪੰਜਾਬ ਦਾ ਕਲਾਕਾਰ ਸੀ, ਪੰਜਾਬ ਦੀ ਆਵਾਜ਼ ਸੀ, ਉਹਦੀ ਦਿਨ ਦਿਹਾੜੇ ਹੱਤਿਆ ਹੋ ਗਈ। ਔਂ ਹੀ ਤੁਸੀਂ ਵਿੱਕੀ ਨੌਜਵਾਨ ਸੀ, ਉਭਰਦਾ ਹੋਇਆ ਪੋਲੀਟੀਸ਼ੀਅਨ ਸੀ, ਉਹਦੀ ਹੱਤਿਆ ਹੋ ਗਈ। ਵਿੱਕੀ ਦੀ ਜਦੋਂ ਹੱਤਿਆ ਹੋਈ ਉਦੋਂ ਸਾਡੀ ਸਰਕਾਰ ਸੀ। ਸਟੇਟ ਦਾ ਸਿਸਟਮ ਫੇਲ ਹੋਇਆ, ਸਟੇਟ ਦੀ ਪੁਲਿਸ ਫੇਲ ਹੋਈ ਆ, ਜਿਹਦੇ ਕਰਕੇ ਅੱਜ ਗੈਂਗਸਟਰ ਇੱਕ ਪੈਰਲਲ ਸਰਕਾਰ ਚਲਾ ਰਹੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਕੈਪਟਨ ਅਮਰਿੰਦਰ ਸਿੰਘ 'ਚ ਵੀ ਕਮੀਆਂ ਸੀ, ਲੇਕਿਨ ਲਾਅ ਐਂਡ ਆਰਡਰ ਦੇ ਮੁਕਾਬਲੇ 'ਚ ਉਹਨਾਂ ਦਾ ਜ਼ੀਰੋ ਕੰਪਰੋਮਾਈਜ਼ ਸੀ। ਜੇ ਭਾਜਪਾ ਪੰਜਾਬ ਦੀ ਵੇਖੀ ਜਾਵੇ ਤਾਂ ਕਾਂਗਰਸ ਵਰਸਸ ਕਾਂਗਰਸ ਹੀ ਨਜ਼ਰ ਆ ਰਿਹਾ। ਕਾਂਗਰਸ ਦੀਆਂ ਬਹੁਤ ਕਮੀਆਂ ਨੇ। ਪੰਜਾਬ ਦਾ ਜਿਹੜਾ ਨੌਜਵਾਨ ਆ ਹਾਲੇ ਇੰਨਾ ਮੈਚਿਓਰ ਨਹੀਂ ਹੋਇਆ। ਦੀਪ ਸਿੱਧੂ ਬਾਰੇ ਕੀ ਕੁਝ ਬੋਲਦਾ ਨੌਜਵਾਨ, ਔਰ ਫਿਰ ਲੱਖਾਂ ਦਾ ਇਕੱਠ ਹੋ ਜਾਂਦਾ ਉਹਦੇ ਭੋਗ 'ਤੇ। ਸਿੱਧੂ ਮੂਸੇਵਾਲੇ ਨੂੰ ਨੌਜਵਾਨ ਕੀ ਕੁਝ ਬੋਲਦੇ ਆ, ਔਰ ਬਾਅਦ 'ਚ ਉੱਥੇ ਹੀ ਜਾ ਕੇ ਸਿੱਧੂ ਮੂਸੇਵਾਲੇ ਦੇ ਕਹਿੰਦੇ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਬੱਗੇ ਨੂੰ ਫੜਨ ਵਾਸਤੇ ਪੁਲਿਸ ਭੇਜੀ ਗਈ, ਔਰ ਬਾਅਦ ਵਿੱਚ ਉਹ ਅਫਸਰਾਂ ਦੇ ਨਾਲ ਕੋਈ ਇਹਨਾਂ ਦਾ ਆਪਣਾ ਸਰਕਾਰੀ ਤੌਰ ਤੇ ਪੋਲੀਟੀਸ਼ੀਅਨ ਦਾ ਇੱਕ ਦਾ ਬਿਆਨ ਨਹੀਂ ਆਇਆ। ਤੁਸੀਂ ਹਾਈ ਕੋਰਟ ਨੇ ਜਲੂਸ ਕੱਢਤਾ ਇਸ ਸਰਕਾਰ ਦਾ। ਜੋ ਕਹਿੰਦੇ ਨੇ ਕਿ ਸਾਡੇ ਪਾਲੇ ਹੋਏ ਤਾਂ ਨਹੀਂ, ਕਾਂਗਰਸੀ ਸੀ ਜਾਂ ਪਹਿਲਾਂ ਅਕਾਲੀ ਸੀ। ਇਹਨਾਂ ਦੇ 50 ਤੋਂ 60 ਐਮਐਲਏ ਜਿਹੜੇ ਆ ਨਾ, ਉਹ ਵੀ ਕਾਂਗਰਸੀਆਂ ਦੇ ਪਾਲੇ ਹੋਏ ਆ। ਕਾਂਗਰਸ ਵਾਲਿਆਂ ਦੇ ਕਾਰਵਾਈ ਕਰ ਰਹੇ ਨੇ ਜਾਂ ਪੁਰਾਣਾ ਸਾਬਕਾ ਮੰਤਰੀਆਂ ਦੇ ਕਾਰਵਾਈ ਕਰ, ਤੁਹਾਨੂੰ ਲੱਗਦਾ ਨਹੀਂ ਵੀ ਵਾਕਈ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਹੋ ਰਿਹਾ? ਫਿਰ ਦਲਜੀਤ ਸਿੰਘ ਗਿਲਜੀਆਂ ਵਰਗੇ ਨੌਜਵਾਨ ਨੂੰ ਕਿਉਂ ਫੜ ਲਿਆ? ਦਲਜੀਤ ਗਿਲਜੀਆਂ ਦੇ ਬਾਰੇ ਮੈਂ ਜਾਣਦਾ, ਠੀਕ ਆ, ਤੁਹਾਡਾ ਆਪਦਾ ਵਰਜਨ ਹੋ ਸਕਦਾ, ਤੁਸੀਂ ਜੋ ਮਰਜ਼ੀ ਕਹੋ, ਲੇਕਿਨ ਉਸ ਨੌਜਵਾਨ ਕਿਉਂਕਿ ਉਹ ਪੈਰਵਾਈ ਕਰ ਰਹੇ ਸੀ ਆਪਣੇ ਪਿਓ ਦੀ, ਉਹਨੂੰ ਫੜ ਕੇ ਨਜਾਇਜ਼ ਇਹਨਾਂ ਨੇ ਅੰਦਰ ਦਿੱਤਾ। ਬੱਚਿਆਂ ਤੱਕ ਦੁਸ਼ਮਣੀਆਂ ਕੱਢਣ ਲੱਗ ਪਏ। ਇੱਕ ਆਈਐਸ ਅਫਸਰ ਦਾ ਮੁੰਡਾ ਗੋਲੀ ਮਾਰ ਕੇ ਆਪਣੇ ਆਪ ਨੂੰ ਹਰਾਸਮੈਂਟ ਕਰਕੇ ਮਰ ਜੇ, ਔਰ ਇਹ ਬੰਦਿਆਂ ਨੂੰ ਕੋਈ ਸ਼ਰਮ ਨਾ ਆਵੇ। ਤੁਹਾਡੇ ਸਾਬਕਾ ਮੁੱਖ ਮੰਤਰੀ ਦਾ ਨਾਮ ਵੀ ਆ ਰਿਹਾ ਹੈ, ਇਹ ਸਾਰੇ ਦੋ ਧੋਤੇ ਹੋ ਸਕਦੇ ਆ? ਨਹੀਂ, ਮੈਂ ਤਾਂ ਨਹੀਂ ਕਹਿੰਦਾ। ਇਹਨਾਂ ਦੇ ਵੀ ਐਲੀਗੇਸ਼ਨਸ ਆ ਨਾ। ਮੈਂ ਵੀ ਤੁਹਾਨੂੰ ਇਹ ਕਹਿੰਦਾ, ਇਹਨਾਂ ਦੇ ਕਈ ਐਮਐਲਏ ਆ ਜਿਹੜੇ ਫੈਕਟਰੀਆਂ ਤੋਂ ਪੈਸੇ ਲੈਣ ਲੱਗ ਪਏ ਆ। ਕਿਸੇ ਨੂੰ ਵੀ ਫੜ ਕੇ ਅੰਦਰ ਦੇ ਦਿੰਦੀ ਆ, ਕਿਸੇ ਦੇ ਵੀ ਕਰੈਕਟਰ ਅਸੈਸੀਨੇਸ਼ਨ ਕਰ ਦਿੰਦੀ ਆ, ਔਰ ਕਿਸੇ ਨੂੰ ਵੀ ਠੋਕ ਦਿੰਦੀ ਆ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਰੋਜ਼ ਨਵੇਂ ਮੋੜ ਤੋਂ ਦੇਖਿਆ ਜਾ ਰਿਹਾ, ਰੋਜ਼ ਨਵਾਂ ਖੁਲਾਸਾ ਹੋ ਰਿਹਾ ਹੈ, ਰੋਜ਼ ਨਵੀਆਂ ਗ੍ਰਿਫਤਾਰੀਆਂ ਹੋ ਰਹੀਆਂ, ਹਥਿਆਰ ਵੀ ਜਿਹੜੇ ਕਿ ਬਰਾਮਦ ਹੋ ਰਹੇ ਨੇ। ਪਰ ਉਸ ਦੇ ਚੱਲਦੇ ਹੋਏ ਹਜੇ ਵੀ ਇਨਸਾਫ ਪੱਖੋਂ ਅਸੀਂ ਕਹਿ ਦਈਏ ਕਿ ਹੱਥ ਖਾਲੀ ਹੈ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੇਰੇ ਅੰਦਰ ਇੱਕ ਚੀਜ਼ ਹੈ, ਜਿੰਨਾ ਚਿਰ ਮੈਂ ਇਨਸਾਫ ਨਹੀਂ ਦਿਵਾਉਂਦਾ, ਜਿੰਨਾ ਚਿਰ ਆਰੋਪੀ ਫੜੇ ਨਹੀਂ ਜਾਂਦੇ, ਉਹਨਾਂ ਚਿਰ ਮੈਨੂੰ ਚੈਨ ਨਹੀਂ ਪੈਣੀ। ਪਰ ਜਦੋਂ ਗੋਲਡੀ ਬਰਾੜ ਆ ਕੇ ਕਹਿੰਦਾ ਹੈ ਕਿ ਤੁਲਨਾ ਨਾ ਕਰੋ, ਸ਼ਹੀਦ ਨਹੀਂ ਕਹਿਣਾ ਚਾਹੀਦਾ, ਜਾਂ ਫਿਰ ਜੋ ਕਾਰਨ ਹੈ ਕਿ ਅਸੀਂ ਹਥਿਆਰ ਤਾਂ ਚੁੱਕਿਆ, ਸਾਨੂੰ ਇਨਸਾਫ ਨਹੀਂ ਮਿਲਿਆ। ਮੇਰੇ ਨਾਲ ਬਰਿੰਦਰ ਢਿੱਲੋਂ ਨੇ, ਪੰਜਾਬ ਯੂਥ ਕਾਂਗਰਸ ਪ੍ਰਧਾਨ, ਅਸੀਂ ਕਹਿ ਦਈਏ ਕਿ ਵੀ ਇੱਕ ਪੋਲੀਟਿਕਸ ਉਹ ਨੌਜਵਾਨਾਂ 'ਚੋਂ ਨਿਕਲੇ ਹੋਏ ਇੱਕ ਚਿਹਰਾ ਆ। ਬਰਿੰਦਰ, ਗੋਲਡੀ ਬਰਾੜ ਜਿਸ ਤਰੀਕੇ ਨਾਲ ਬਿਆਨ ਦੇ ਰਿਹਾ ਸਿੱਧੂ ਮੂਸੇਵਾਲੇ ਨੂੰ ਲੈ ਕੇ ਕਿ ਸ਼ਹੀਦਾਂ ਨਾਲ ਤੁਲਨਾ ਨਹੀਂ ਕਰਨੀ, ਸ਼ਹੀਦ ਨਹੀਂ ਕਹਿਣਾ, ਫੋਟੋਆਂ ਇਕੱਠੀਆਂ ਨਹੀਂ ਲਾਉਣੀਆਂ ਹੁੰਦੀਆਂ, ਜਾਂ ਅਸੀਂ ਬਦਲਾ ਲਿਆ ਉਹਦੇ ਭਰਾਵਾਂ ਦਾ, ਸਾਨੂੰ ਇਨਸਾਫ ਨਹੀਂ ਮਿਲਿਆ ਸੀ, ਇਹ ਸ਼ਬਦ ਕਿੰਨੇ ਕੁ ਸਹੀ ਲੱਗਦੇ ਆ? ਦੇਖੋ, ਅਗਰ ਤਰਾਸ਼ਦੀ ਇਹ ਆ ਵੀ ਆਪਾਂ ਮੰਨ ਲਓ ਅੱਜ ਗੈਂਗਸਟਰਾਂ ਦੀ ਪੋਲਿਟਿਕਸ ਆਪਾਂ ਇੱਥੇ ਡਿਸਕਸ ਕਰ ਰਹੇ ਹਾਂ। ਗੋਲਡੀ ਨੇ ਕੀ ਕਿਹਾ, ਗੋਲਡੀ ਨੇ ਕਿਉਂ ਕਿਹਾ, ਸਿੱਧੂ ਦਾ ਉਹਨਾਂ ਨਾਲ ਕੀ ਰੌਲਾ ਸੀ ਕੀ ਨਹੀਂ ਸੀ, ਇਹ ਮੈਟਰ ਕਿੱਥੋਂ ਕਰਦਾ? ਮੈਟਰ ਇਹ ਕਰਦਾ ਵੀ ਇੱਕ ਨੌਜਵਾਨ ਜਿਹਦਾ ਪੰਜਾਬ ਦਾ ਕਲਾਕਾਰ ਸੀ, ਪੰਜਾਬ ਦੀ ਆਵਾਜ਼ ਸੀ, ਉਹਦੀ ਦਿਨ ਦਿਹਾੜੇ ਹੱਤਿਆ ਹੋ ਗਈ। ਔਂ ਹੀ ਤੁਸੀਂ ਵਿੱਕੀ ਨੌਜਵਾਨ ਸੀ, ਉਭਰਦਾ ਹੋਇਆ ਪੋਲੀਟੀਸ਼ੀਅਨ ਸੀ, ਉਹਦੀ ਹੱਤਿਆ ਹੋ ਗਈ। ਗੱਲ ਇਹ ਆ ਵੀ ਇੰਨੀ ਡਰ, ਇੰਨਾ ਬੇਖੌਫੀ ਦੇ ਨਾਲ ਡਰ ਹੀ ਨਹੀਂ ਰਹਿਣਾ ਪੰਜਾਬ ਦੇ ਵਿੱਚ ਪੁਲਿਸ ਦਾ। ਉਦੋਂ ਸਿੱਧੂ ਦੀ ਜਦੋਂ ਵਿੱਕੀ ਦੀ ਜਦੋਂ ਹੱਤਿਆ ਹੋਈ ਉਦੋਂ ਸਾਡੀ ਸਰਕਾਰ ਸੀ, ਠੀਕ ਆ। ਅੱਜ ਭਗਵੰਤ ਮਾਨ ਦੀ ਸਰਕਾਰ ਆ। ਹਾਲਾਂਕਿ ਵਿੱਕੀ ਨੂੰ ਕੋਈ ਸਿਕਿਉਰਿਟੀ ਨਹੀਂ ਮਿਲੀ ਸੀ, ਲੇਕਿਨ ਇਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਸੀ। ਇਹ ਪ੍ਰਾਈਮ ਟਾਰਗੇਟ ਸੀ। ਵਿੱਕੀ ਦਾ ਕੋਈ ਸੋਚ ਨਹੀਂ ਸਕਦਾ ਸੀ ਵੀ ਵਿੱਕੀ ਕਿਤੇ ਟਾਰਗੇਟ ਬਣੂਗਾ, ਲੇਕਿਨ ਸਿੱਧੂ ਦਾ ਤਾਂ ਇਹਨਾਂ ਨੂੰ ਪਤਾ ਸੀ ਸਰਕਾਰ ਨੂੰ ਟਾਰਗੇਟ ਆ। ਸਰਕਾਰ ਨੂੰ ਇਹ ਪਤਾ ਸੀ ਵੀ ਇਹਦੇ ਖਿਲਾਫ ਦਿੱਲੀ ਪੁਲਿਸ ਨੇ ਰਿਪੋਰਟ ਭੇਜੀ ਹੋਈ ਆ, ਆਈਬੀ ਦੀ ਰਿਪੋਰਟ ਸੀਗੀ। ਉਹਦੇ ਬਾਵਜੂਦ ਅੱਜ ਤੱਕ ਆਪਾਂ ਇਹ ਗੱਲ ਡਿਸਕਸ ਕਰ ਰਹੇ ਹਾਂ ਵੀ ਉਹਨੇ ਆਹ ਕਿਹਾ, ਫਲਾਣੇ ਨੇ ਆਹ ਕਿਹਾ। ਅੱਜ ਤੱਕ ਆਪਾਂ ਇਹ ਕਿਉਂ ਨਹੀਂ ਕਹਿ ਰਹੇ ਵੀ ਜਿਹੜੇ ਬੰਦਿਆਂ ਨੇ ਇਹਦੀ ਸਿਕਿਉਰਿਟੀ ਇਨਫੋਰਮੇਸ਼ਨ ਲੀਕ ਕੀਤੀ, ਅੱਜ ਤੱਕ ਉਹਨਾਂ 'ਤੇ ਆਮ ਆਦਮੀ ਪਾਰਟੀ ਨੇ ਕੀ ਐਕਸ਼ਨ ਲਿੱਤਾ? ਇਹਨਾਂ ਦੀ ਮੀਡੀਆ ਇੰਚਾਰਜ ਹੈ ਕੋਈ ਲੇਡੀ, ਉਹਦੇ ਖਿਲਾਫ ਜਿਹਨੇ ਇਹ ਸਾਰਾ ਮੀਡੀਆ ਨੂੰ ਭੇਜਿਆ, ਉਹਦੇ ਖਿਲਾਫ ਕੀ ਐਕਸ਼ਨ ਲਿੱਤਾ? ਕਿਹੜੇ ਪੁਲਿਸ ਅਫਸਰਾਂ ਦੇ ਕਹਿਣ ਦੇ ਉੱਤੇ ਤੁਸੀਂ ਉਹਨਾਂ ਦੀ ਸਿਕਿਉਰਿਟੀ ਵਿਡਰਾਅ ਕੀਤੀ, ਔਰ ਅੱਜ ਤੱਕ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿੱਤਾ? ਸੋ ਇਹ ਸਵਾਲਾਂ ਦੀ ਬਜਾਏ ਆਪਾਂ ਅਗਲੀ ਘੁੰਡੀ ਨੂੰ ਫੜ ਲਾਂਗੇ। ਕੱਲ੍ਹ ਨੂੰ ਸਿੱਧੂ ਦੀ ਕਿਸੇ ਨਾਲ ਮਾਹੌਲ ਹੀ ਇਹੋ ਜਿਹਾ ਹੈਗਾ। ਤੁਸੀਂ ਅਗਰ ਗੱਲ ਕਹੋ ਵੀ ਇਸ ਚੀਜ਼ਾਂ ਤੋਂ ਕਿਹੜਾ ਪੰਜਾਬ ਦਾ ਨੌਜਵਾਨ ਬਚਿਆ ਹੋਇਆ? ਅੱਜ ਪੰਜਾਬ
ਕੋਈ ਨੌਜਵਾਨ ਜਿਹੜੇ ਆਮ ਵੀ ਬਿਜ਼ਨਸ ਕਰ ਰਹੇ ਆ ਉਹਨੂੰ ਵੀ ਆਪਣੀ ਪ੍ਰੋਟੈਕਸ਼ਨ ਨੂੰ, ਕਈ ਬਿਜ਼ਨਸਮੈਨ ਆ ਜਿਨ੍ਹਾਂ ਨੂੰ ਆਪਣੀ ਪ੍ਰੋਟੈਕਸ਼ਨ ਨੂੰ ਗੈਂਗਸਟਰਾਂ ਨਾਲ ਗੱਲ ਕਰਨੀ ਪੈਂਦੀ ਆ ਕਿਉਂਕਿ ਸਟੇਟ ਫੇਲ ਹੋਈ ਆ। ਸਵਾਲ ਇਹ ਨਹੀਂ ਆ ਵੀ ਠੀਕ ਆ, ਇਹ ਕੋਈ ਜਸਟੀਫਿਕੇਸ਼ਨ ਨਹੀਂ ਆ ਵੀ ਸਟੇਟ ਫੇਲ ਹੋ ਜਾਏ ਤੇ ਤੁਸੀਂ ਉਸ ਪਾਸੇ ਨੂੰ ਚੱਲ ਪੋ, ਲੇਕਿਨ ਵੱਡਾ ਸਵਾਲ ਇਹ ਆ ਵੀ ਸਟੇਟ ਫੇਲ ਹੋਈ ਆ, ਸਟੇਟ ਦਾ ਸਿਸਟਮ ਫੇਲ ਹੋਇਆ, ਸਟੇਟ ਦੀ ਪੁਲਿਸ ਫੇਲ ਹੋਈ ਆ, ਜਿਹਦੇ ਕਰਕੇ ਅੱਜ ਗੈਂਗਸਟਰ ਇੱਕ ਪੈਰਲਲ ਸਰਕਾਰ ਚਲਾ ਰਹੇ ਆ। ਤੁਹਾਨੂੰ ਲੱਗਦਾ ਤੁਸੀਂ ਕਿਹਾ ਸਟੇਟ ਫੇਲ ਹੋਈ ਹੈ, ਪਰ ਸਟੇਟ ਫੇਲ ਤਾਂ ਜਦੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਹੁੰਦਾ ਉਦੋਂ ਵੀ ਫੇਲ ਲੱਗਦੀ ਹੈ। ਜੇ ਵਿੱਕੀ ਦਾ ਕਤਲ ਹੋਇਆ ਤਾਂ ਉਦੋਂ ਵੀ ਸਟੇਟ ਫੇਲ ਹੋਈ। ਸਟੇਟ ਕਿਤੇ ਹੁਣ ਫੇਲ ਹੋਈ ਕਿ ਪਹਿਲਾਂ ਵੀ ਹੁੰਦੀ ਆਈ ਹੈ ਤੁਹਾਨੂੰ ਲੱਗਦਾ? ਦੇਖੋ, ਮੈਂ ਸੁਰੇਸ਼ ਅਰੋੜਾ ਜੀ ਜਦੋਂ ਡੀਜੀਪੀ ਸੀ ਨਾ, ਮੈਂ ਉਦੋਂ ਦੀ ਤੁਸੀਂ ਦੌਰ ਦੀ ਗੱਲ ਕਰੋ, ਸੁਰੇਸ਼ ਅਰੋੜਾ ਜੀ ਨੇ ਕਈ, ਔਰ ਦਿਨਕਰ ਗੁਪਤਾ ਜੀ ਵੀ ਅਗਰ ਤੁਸੀਂ ਯਾਦ ਕਰੋਗੇ, ਕਈ ਟੈਰਰ ਮੋਡਿਊਲ ਬੈਸਟ ਹੋਏ, ਕਈ ਗੈਂਗਸਟਰ ਮਾਰੇ ਗਏ, ਕਈ ਗੈਂਗਸਟਰਾਂ ਨੂੰ ਉਹਨਾਂ ਨੇ ਜੇਲ੍ਹ 'ਚ ਭੇਜਿਆ, ਔਰ ਜਿੰਨੀ ਉਹ ਲਿਸਟ ਸੀ ਗੈਂਗਸਟਰਾਂ ਦੀ ਉਹਦੇ ਵਿੱਚ ਮਤਲਬ ਕਮੀ ਆਈ। ਇੱਕ ਵਿੱਕੀ ਦੇ ਕਤਲ ਨੂੰ ਛੱਡ ਕੇ ਜੋ ਕਿ ਅਨਐਕਸਪੈਕਟਡ ਸੀਗਾ, ਉਸ ਤੋਂ ਇਲਾਵਾ ਕੋਈ ਨਾਮੀ ਬੰਦਿਆਂ ਦੀ ਇਸ ਤਰੀਕੇ ਨਾਲ ਹੱਤਿਆਂ, ਟਾਰਗੇਟ ਕਿਲਿੰਗਸ ਹੋਈਆਂ ਪਹਿਲਾਂ। ਤੁਹਾਨੂੰ ਯਾਦ ਹੋਊਗਾ ਉਹ ਪਿਛਲੀ ਅਕਾਲੀ ਦਲ ਦੀ ਸਰਕਾਰ 'ਚ, ਅਕਾਲੀ ਦਲ ਦੇ ਟਾਈਮ 'ਚ ਲਾਅ ਐਂਡ ਆਰਡਰ ਦੇ ਕੀ ਹਾਲਾਤ ਸੀ, ਲੇਕਿਨ ਜਦੋਂ ਲਾਅ ਐਂਡ ਆਰਡਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਕੈਪਟਨ ਅਮਰਿੰਦਰ ਸਿੰਘ 'ਚ ਵੀ ਕਮੀਆਂ ਸੀ, ਲੇਕਿਨ ਲਾਅ ਐਂਡ ਆਰਡਰ ਦੇ ਮੁਕਾਬਲੇ 'ਚ ਉਹਨਾਂ ਦਾ ਜ਼ੀਰੋ ਕੰਪਰੋਮਾਈਜ਼ ਸੀ। ਉਹਨਾਂ ਦੇ ਇਹਦੇ ਵਿੱਚ ਕੋਈ ਕਹਿਣ 'ਚ ਕੋਈ ਦੋ ਰਾਏ ਨਹੀਂ ਆ ਵੀ ਉਹਨਾਂ ਨੇ ਆ ਕੇ ਪੁਲਿਸ ਨੂੰ ਸਟੇਬਿਲਿਟੀ ਵੀ ਦਿੱਤੀ, ਅਫਸਰਾਂ ਨੂੰ ਵੀ ਸਟੇਬਿਲਿਟੀ ਦਿੱਤੀ। ਉਹ ਗੱਲ ਵੱਖਰੀ, ਅਸੀਂ ਸਿਆਸੀ ਲੋਕਾਂ ਨੇ ਜਦੋਂ ਉਹਨਾਂ ਨੇ ਉਹ ਆਪਣੀ ਉਹ ਜਦੋਂ ਅਫਸਰ ਕੰਫਰਟੇਬਲ ਹੋ ਗਏ, ਉਹਨਾਂ ਨੇ ਸਿਆਸੀ ਜਿਹੜੀ ਲਾਈਨ ਸੀ ਉਹਨੂੰ ਵੀ ਕ੍ਰਾਸ ਕਰ ਲਿਆ, ਔਰ ਆਪਣੇ ਆਪ ਨੂੰ ਉੱਥੇ ਵੀ ਉਹ ਕਮੀਆਂ ਪੇਸ਼ੀਆਂ ਰਹੀਆਂ। ਲੇਕਿਨ ਮੇਰਾ ਕਹਿਣ ਦਾ ਕੀ ਮਤਲਬ ਆ ਸਰਕਾਰ ਜਦ ਦੀ ਆਈ ਆ, ਅਨਸਟੇਬਲ ਸਰਕਾਰ ਆ, ਅਸਥਿਰ ਸਰਕਾਰ ਆ, ਕਮਜ਼ੋਰ ਮੁੱਖ ਮੰਤਰੀ ਆ। ਡੀਜੀਪੀ ਬਦਲਤਾ, ਅੱਜ ਇੰਟਰਮ ਡੀਜੀਪੀ ਆ। ਜਾਂ ਤਾਂ ਤੁਸੀਂ ਪੱਕਾ ਕਰੋਗੇ, ਨਹੀਂ ਕਰੋਗੇ ਕੱਲ੍ਹ ਨੂੰ 3 ਮਹੀਨਿਆਂ 'ਚ ਵਾਪਸ ਆ ਜਾਣੇ, ਯਾਰ ਗੌਰਵ ਯਾਦਵ ਜੀ ਜੋ ਕੰਮ ਕਰ ਰਹੇ ਕੱਲ੍ਹ ਨੂੰ ਫਿਰ ਉਹਨਾਂ ਨੂੰ ਦੁਬਾਰਾ ਚੇਂਜ ਕਰ ਦੋਗੇ, ਜਾਂ ਤੁਸੀਂ ਪੈਨਲ ਭੇਜੋਗੇ। ਮਤਲਬ ਅੱਜ ਜਿਹੜੇ ਇਹ ਫੈਸਲੇ ਕਰ ਰਹੇ, ਚੀਫ ਸੈਕਟਰੀ ਬਦਲਤਾ 3 ਮਹੀਨਿਆਂ 'ਚ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਕਈ ਤੁਸੀਂ ਥੱਲੇ ਵੇਖੋਗੇ ਜਿਸ ਹਿਸਾਬ ਨਾਲ ਟ੍ਰਾਂਸਫਰ ਇੰਟੈਲੀਜੈਂਸ ਤੇ ਕਈ ਵਾਰ 3 ਵਾਰ ਚੀਫ ਬਦਲ ਚੁੱਕੇ ਆ। ਸੋ ਇਹ ਅਨਸਟੇਬਲ ਸਰਕਾਰ ਆ। ਇਹ ਅਨਸਟੇਬਿਲਿਟੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਫਿਰ ਦਿਖਦੀ ਆ। ਤੁਸੀਂ ਵੇਖੋਗੇ ਵੀ ਅਫਸਰਾਂ ਨੂੰ ਅੱਜ ਬੱਗੇ ਨੂੰ ਫੜਨ ਵਾਸਤੇ ਪੁਲਿਸ ਭੇਜੀ ਗਈ, ਔਰ ਬਾਅਦ ਵਿੱਚ ਉਹ ਅਫਸਰਾਂ ਦੇ ਨਾਲ ਕੋਈ ਇਹਨਾਂ ਦਾ ਆਪਣਾ ਸਰਕਾਰੀ ਤੌਰ ਤੇ ਪੋਲੀਟੀਸ਼ੀਅਨ ਦਾ ਇੱਕ ਦਾ ਬਿਆਨ ਨਹੀਂ ਆਇਆ। ਆਪਣੀ ਪੁਲਿਸ ਤੋਂ ਮਗਰ ਭੱਜ ਗਏ। ਪੁਲਿਸ ਦੇ ਵਿੱਚ ਕੌਨਫੀਡੈਂਸ ਕਿੱਥੇ ਆਊਗਾ? ਤੁਸੀਂ ਹਾਈ ਕੋਰਟ ਨੇ ਜਲੂਸ ਕੱਢਤਾ ਇਸ ਸਰਕਾਰ ਦਾ, ਹਾਈ ਕੋਰਟ ਨੇ ਅਲਕਾ ਲਾਂਬਾ ਵਾਲੇ ਕੇਸ ਦੇ ਵਿੱਚ ਜਲੂਸ ਕੱਢਤਾ ਸਰਕਾਰ ਦਾ। ਤੁਸੀਂ ਉਦੋਂ ਕਿਹੜੇ ਅਫਸਰਾਂ ਦੇ ਨਾਲ ਖੜੇ ਰਹੇ? ਸੋ ਇਹ ਸਰਕਾਰ ਜਿਹੜੀ ਆ, ਨਾ ਤਾਂ ਇਹ ਅਫਸਰਾਂ ਨਾਲ ਖੜਦੀ ਆ, ਨਾ ਇਹ ਲੋਕਾਂ ਨਾਲ ਖੜਦੀ ਆ। ਇਹ ਸਿਰਫ ਤੇ ਸਿਰਫ 2 ਮਿੰਟ ਦੀ ਹੈਡਲਾਈਨ ਦੇ ਨਾਲ ਖੜਦੀ ਆ, ਔਰ ਹੈਡਲਾਈਨ ਬਣਾਉਣ ਤੋਂ ਬਾਅਦ ਇਹ ਸਰਕਾਰ ਭੱਜ ਜਾਂਦੀ ਆ। ਤੁਸੀਂ ਕਹਿੰਦੇ ਹੋ ਸਰਕਾਰ ਭੱਜ ਜਾਂਦੀ ਹੈ, ਐਤਕੀ ਅਸਥਿਰ ਸਰਕਾਰ ਜਾਂ ਲੋਕਾਂ ਦੇ ਵਿੱਚ ਸਥਿਰਤਾ ਆ। ਪਰ ਜਦੋਂ ਗੈਂਗਸਟਰਵਾਦ ਦੀ ਗੱਲ ਆਉਂਦੀ ਹੈ, ਉਹ ਕਹਿੰਦੇ ਨੇ ਕਿ ਸਾਡੇ ਪਾਲੇ ਹੋਏ ਤਾਂ ਨਹੀਂ, ਕਾਂਗਰਸੀ ਸੀ ਜਾਂ ਪਹਿਲਾਂ ਅਕਾਲੀ ਸੀ, ਸਾਬਕਾ ਸਰਕਾਰਾਂ ਨੇ ਸ਼ਹਿ ਦਿੱਤੀ ਹੈ, ਅਸੀਂ ਪੂਰਾ ਜ਼ੋਰ ਲਾ ਰਹੇ ਹਾਂ, ਖਤਮ ਕਰਨ ਦੀ ਕੋਸ਼ਿਸ਼। ਡੀਜੀਪੀ ਦਾ ਬਿਆਨ ਵੀ ਇਹੀ ਹੈ ਕਿ ਗੈਂਗਸਟਰਵਾਦ ਖਤਮ ਕਰਾਂਗੇ। ਇਹਨਾਂ ਦੇ 50 ਤੋਂ 60 ਐਮਐਲਏ ਜਿਹੜੇ ਆ ਨਾ, ਉਹ ਵੀ ਕਾਂਗਰਸੀਆਂ ਦੇ ਪਾਲੇ ਹੋਏ ਆ, ਉਹ ਵੀ ਅਕਾਲੀ ਦਲ ਦੇ ਪਾਲੇ ਹੋਏ ਆ। ਇਹਨਾਂ ਦੇ ਕੋਲ ਓਰੀਜਨਲ ਕਿਹੜੇ ਬੰਦੇ ਇਹਨਾਂ ਨੇ ਲਿਆ ਕੇ ਖੜੇ ਕਰਤੇ? ਭਗਵੰਤ ਮਾਨ ਸਾਹਿਬ ਕਿੱਧਰੋਂ ਆਏ ਆ? ਇਸੇ ਸਿਸਟਮ 'ਚ ਆਏ ਨਾ। ਪਹਿਲਾਂ ਪੀਪੀਪੀ ਦੇ ਵਿੱਚ ਸੀਗੇ, ਫਿਰ ਆਪਣਾ ਕੀ ਕਹਿੰਦੇ ਵਿਚਕਾਰ ਆਪਣਾ ਕੀ ਕਹਿੰਦੇ ਅਕਾਲੀ ਦਲ ਨਾਲ ਵੀ ਉਹਨਾਂ ਦੇ ਤਾਲਮੇਲ ਸਾਹਮਣੇ ਆਏ ਆ। ਸੋ ਇਹ ਗੱਲਾਂ ਕਹਿਣੀਆਂ ਜਦੋਂ ਸਰਕਾਰਾਂ ਦਾ ਸਿਸਟਮ ਸੀਗਾ। ਤੁਸੀਂ ਅੱਜ ਫਿਰ ਕਿਹਨਾਂ ਨੇ ਗੈਂਗਸਟਰ ਪਾਲੇ ਹੋਏ ਆ? ਅੱਜ ਜਿਹੜੇ ਨਵੇਂ ਗੈਂਗਸਟਰ ਆ ਰਹੇ ਆ, ਨਵੇਂ ਲੋਕ ਆ ਰਹੇ ਆ, ਉਹ ਸਾਰਾ ਆਪਾਂ ਇਹ ਕਹਾਂਗੇ ਵੀ ਆਮ ਆਦਮੀ ਦੇ ਪਾਲੇ ਹੋਏ ਆ। ਮੇਰਾ ਬਲੇਮ ਕਰਨਾ ਬਹੁਤ ਸੌਖਾ ਵਾ, ਤੁਸੀਂ ਕਰ ਦਿਓ ਬਲੇਮ, ਠੀਕ ਆ, ਅਸੀਂ ਜ਼ਿੰਮੇਵਾਰ ਆ, ਕਾਂਗਰਸ ਪਾਰਟੀ ਜ਼ਿੰਮੇਵਾਰ ਆ, ਬਾਕੀ ਪਾਰਟੀਆਂ ਜ਼ਿੰਮੇਵਾਰ ਆ। ਲੇਕਿਨ ਤੁਸੀਂ ਕੀ ਕਰ ਰਹੇ ਹੋ? ਤੁਸੀਂ ਆਪਣੀ ਗੱਲ ਕਰੋ। ਉਹਨਾਂ ਨੇ ਜੋ ਸਿਸਟਮ ਗੰਦ ਪਾਇਆ ਸੀਗਾ ਜਾਂ ਹਾਲਾਤ ਹੋਏ ਸੀ, ਉਹਦੇ ਕਰਕੇ ਲੋਕਾਂ ਨੇ ਬਾਹਰ ਬਿਠਾ ਕੇ ਕੀਤਾ, ਨਹੀਂ ਤਾਂ ਦੁਬਾਰਾ ਕੰਟੀਨਿਊ ਕਰਾ ਦਿੰਦੇ। ਅੱਜ ਸੱਤਾ ਤੁਹਾਡੇ ਹੱਥ ਵਿੱਚ ਆ। ਤੁਸੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਕਿਉਂ ਵਿਡਰਾਅ ਕੀਤੀ? ਤੁਸੀਂ ਆਪਣੀ ਮੰਤਰੀ ਤੁਹਾਡਾ ਰਿਸ਼ਵਤ ਦੇ ਵਿੱਚ ਫੜਿਆ ਜਾਵੇ, ਅੱਜ ਤੱਕ ਤੁਸੀਂ ਉਹਨੂੰ ਪਾਰਟੀ 'ਚੋਂ ਕਿਉਂ ਨਹੀਂ ਬਾਹਰ ਕੱਢਿਆ? ਉਹ ਤਾਂ ਤੁਹਾਡੇ ਹੱਥ ਵਿੱਚ ਆ, ਤੁਹਾਡਾ ਬਣਾਇਆ ਹੋਇਆ ਮੰਤਰੀ ਆ, ਰਿਸ਼ਵਤ ਨਾਲ ਫੜਿਆ ਗਿਆ। ਅੱਜ ਤੱਕ ਤੁਹਾਡਾ ਪਾਰਟੀ ਦਾ ਐਮਐਲਏ ਕਿਉਂ ਆ ਬਈ? ਬਾਅਦ ਚੋਂ ਕਹਿੰਦੇ ਜੇ ਮੈਂ ਜਾਂ ਮੇਰੇ ਵਿਭਾਗ ਨੇ 1 ਰੁਪਿਆ ਵੀ ਲਿਆ ਤਾਂ ਮੈਂ ਦੇਣਦਾਰ। ਤੇ ਫਿਰ ਅੱਜ ਭਗਵੰਤ ਮਾਨ ਦੱਸੇ, ਇਹਦਾ ਮਤਲਬ ਭਗਵੰਤ ਮਾਨ ਉਹਦੀ ਜਸਟੀਫਿਕੇਸ਼ਨ ਮੰਨਦਾ ਅੱਜ ਉਹ ਕਰਪਟ ਹੈ ਕਿ ਨਹੀਂ ਹੈ। ਅਗਰ ਉਹ ਕਰਪਟ ਹੈ ਤੇ ਉਹਨੂੰ ਪਾਰਟੀ 'ਚੋਂ ਬਾਹਰ ਕਿਉਂ ਨਹੀਂ ਕੱਢਦੇ? ਜਿਵੇਂ ਫਿਰ ਉਹ ਕਾਂਗਰਸ ਵਾਲਿਆਂ ਦੇ ਕਾਰਵਾਈ ਕਰ ਰਹੇ ਨੇ ਜਾਂ ਪੁਰਾਣਾ ਸਾਬਕਾ ਮੰਤਰੀਆਂ ਦੇ ਕਾਰਵਾਈ ਕਰ, ਤੁਹਾਨੂੰ ਲੱਗਦਾ ਨਹੀਂ ਵੀ ਵਾਕਈ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਹੋ ਰਿਹਾ? ਫਿਰ ਦਲਜੀਤ ਸਿੰਘ ਗਿਲਜੀਆਂ ਵਰਗੇ ਨੌਜਵਾਨ ਨੂੰ ਕਿਉਂ ਫੜ ਲਿਆ? ਗਿਲਜੀਆਂ ਦਾ ਕੀ ਕਸੂਰ ਸੀ? ਆਪਣੇ ਉਹਦਾ ਫਾਦਰ ਮੰਤਰੀ ਸੀ, ਉਹ ਵੀ 3 ਮਹੀਨੇ ਲਈ। ਹਾਲੇ ਫਾਦਰ ਦੇ ਖਿਲਾਫ ਕੋਈ ਕੋਰਟ ਦੇ ਵਿੱਚ ਜਿਹੜਾ ਕੇਸ ਆਊਗਾ ਨਾ, ਕੁਐਸ਼ ਹੋਊਗੀ FIR। ਲੇਕਿਨ ਜਿਹੜੀ ਅੱਜ ਹਰਾਸਮੈਂਟ ਕਰ ਰਹੇ ਆ, ਜਿਹੜੀ ਅੱਜ ਕਰੈਕਟਰ ਅਸੈਸੀਨੇਸ਼ਨ ਕਰ ਰਹੇ, ਇਹਨਾਂ ਦੇ ਕਹਿਣ ਨਾਲ ਕੋਈ ਚੋਰ ਡਾਕੂ ਥੋੜਾ ਹੋ ਜਾਊਗਾ। ਇਹ ਇਕੱਲੇ ਸਾਹ ਦਾ, ਇਹਨਾਂ ਦਾ ਮੰਤਰੀ ਆਪ ਰਿਸ਼ਵਤ ਵਿੱਚ ਫੜਿਆ ਜਾਂਦਾ, ਇਹਨਾਂ ਦਾ ਉਹਨੂੰ ਡਿਨਾਈ ਕਰ ਦੇਣਗੇ ਵੀ ਇਹਨਾਂ ਨੇ ਮੰਤਰੀ ਬਣਾਇਆ ਸੀ ਉਹ ਬੰਦਾ, ਅੱਜ ਉਹ ਰਿਸ਼ਵਤ 'ਚ ਫੜਿਆ ਗਿਆ। ਤੇ ਫਿਰ ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਅੱਜ ਮੰਤਰੀ ਦਾ ਮੁੰਡਾ ਫੜ ਕੇ ਅੰਦਰ ਦੇ ਦਿਓ, ਮੰਤਰੀ ਦਾ ਭਰਾ ਫੜ ਕੇ ਅੰਦਰ ਦੇ ਦਿਓ। ਤੁਸੀਂ
ਮੈਨੂੰ ਸਿਰਫ ਇਸ ਗੱਲ ਦਾ ਗਰੇਜ ਆ, ਮੈਨੂੰ ਇਸ ਗੱਲ ਦੀ ਇਹ ਆ, ਦਲਜੀਤ ਗਿਲਜੀਆਂ ਦੇ ਬਾਰੇ ਮੈਂ ਜਾਣਦਾ। ਠੀਕ ਆ, ਤੁਹਾਡਾ ਆਪਦਾ ਵਰਜਨ ਹੋ ਸਕਦਾ, ਤੁਸੀਂ ਜੋ ਮਰਜ਼ੀ ਕਹੋ, ਲੇਕਿਨ ਉਸ ਨੌਜਵਾਨ ਕਿਉਂਕਿ ਉਹ ਪੈਰਵਾਈ ਕਰ ਰਹੇ ਸੀ ਆਪਣੇ ਪਿਓ ਦੀ, ਉਹਨੂੰ ਫੜ ਕੇ ਨਜਾਇਜ਼ ਇਹਨਾਂ ਨੇ ਅੰਦਰ ਦਿੱਤਾ। ਬੱਚਿਆਂ ਤੱਕ ਦੁਸ਼ਮਣੀਆਂ ਕੱਢਣ ਲੱਗ ਪਏ। ਇੱਕ IAS ਅਫਸਰ ਦਾ ਮੁੰਡਾ ਗੋਲੀ ਮਾਰ ਕੇ ਆਪਣੇ ਆਪ ਨੂੰ ਹਰਾਸਮੈਂਟ ਕਰਕੇ ਮਰ ਜੇ, ਔਰ ਇਹ ਬੰਦਿਆਂ ਨੂੰ ਕੋਈ ਸ਼ਰਮ ਨਾ ਆਵੇ। ਉਹਦੇ ਉਸ ਬਹੁਤ ਸੋਨਾ ਬਰਾਮਦ ਹੋਇਆ, ਉੱਥੋਂ ਬਹੁਤ ਕੁਝ ਹੋਰ ਬਰਾਮਦ ਹੋਇਆ। ਮੈਂ ਕਹਿੰਦਾ ਫਿਰ ਆਪਣਾ ਜਿਹੜੇ ਜਿੰਨੇ ਗੈਂਗਸਟਰ ਆ, ਜਿੰਨੇ ਇਹਨਾਂ ਦੇ ਮਾਪਿਓ ਫੜ ਕੇ ਸਾਰੇ ਅੰਦਰ ਕਰ ਦੇਣੇ ਚਾਹੀਦੇ ਆ। ਫਿਰ ਇਹਦਾ ਮਤਲਬ ਕ੍ਰਾਈਮ ਜਿਹਨੇ ਕੀਤਾ ਉਹਦੀ ਸਜ਼ਾ ਉਹਦੇ ਬੱਚਿਆਂ ਨੂੰ ਵੀ ਦੇਣੀ ਚਾਹੀਦੀ। ਆਪਾਂ ਇਸ ਸੋਚ ਦੇ ਨਾਲ ਅੱਗੇ ਪੰਜਾਬ ਦੇ ਵਿੱਚ ਵਧਣਾ ਚਾਹੁੰਦੇ ਆ। ਅਗਰ ਪਹਿਲੀ ਗੱਲ ਤਾਂ ਜਿਹੜੇ ਸੰਗਤ ਸਿੰਘ ਗਿਲਜੀਆਂ ਵਾ ਉਹਨਾਂ ਦੇ ਬਾਰੇ ਵੀ ਤੁਸੀਂ ਪਤਾ ਕਰ ਲਿਓ, ਉਹ ਇਸ ਕੇਸ ਚੋਂ ਨਿਕਲਦੇ। ਲੇਕਿਨ ਦਲਜੀਤ ਦਾ ਕੀ ਕਸੂਰ ਸੀ? ਉਹਨੂੰ ਤੁਸੀਂ ਕੰਡਕਟ ਬਣਾ ਕੇ ਬਣਾਤਾ ਵੀ ਇਹ ਪੈਸੇ ਬਰਾਮਦ ਕਰਦਾ ਸੀਗਾ। ਤੁਸੀਂ ਮਤਲਬ ਕਿਸ ਬੇਸ ਦੇ ਉੱਤੇ, ਮਤਲਬ ਕਿਉਂ ਇਹੋ ਜਿਹੀ ਰਾਜਨੀਤੀ ਵੱਲ ਚੱਲ ਰਹੇ ਹੋ ਜਿੱਥੇ ਤੁਸੀਂ ਮਤਲਬ ਗਲਤ ਰਾਹ ਦੇ ਉੱਤੇ ਚੱਲ ਪਏ? ਜੇ ਇਹਨੂੰ ਵੈਂਡੇਟਾ ਪੋਲਿਟਿਕਸ ਕਹਿੰਦੇ ਆ ਨਾ। ਤੁਸੀਂ ਦੁਸ਼ਮਣੀਆਂ ਕੱਢਣੀਆਂ ਵਾ, ਤੁਸੀਂ ਸਿਸਟਮ ਨੂੰ ਸਾਫ਼ ਕਰਨਾ ਵਾ, ਤੁਸੀਂ ਜੀ ਸਦਕੇ ਕਰੋ। ਅਗਰ ਉਸ ਤੋਂ ਸੋਨਾ ਬਰਾਮਦ ਹੋ ਰਿਹਾ ਉਹਨੂੰ ਸਜ਼ਾ ਦਿਓ, ਉਹਨੂੰ ਸਸਪੈਂਡ ਰੱਖੋ, ਉਹਨੂੰ ਬਹਾਲ ਨਾ ਕਰੋ। ਲੇਕਿਨ ਤੁਸੀਂ ਬੱਚਿਆਂ ਨੂੰ ਕਿਉਂ ਹਰਾਸ ਕਰਨ ਲੱਗ ਪਏ ਹੋ? ਉਹਦੇ ਬੱਚੇ ਦਾ ਕੀ ਕਸੂਰ ਸੀ ਵੀ ਆਪਣੇ ਉਸ ਘਰ ਜੰਮ ਪਿਆ ਸੀ? ਉਹਦਾ ਕਸੂਰ ਦੱਸੋ ਨਾ ਵੀ ਕੀ ਸੀਗਾ, ਵੀ ਆਪਣੇ ਪਿਓ ਦੇ ਨਾਲ ਨਾ ਖੜਦਾ, ਆਪਣੇ ਪਿਓ ਦੀ ਪੈਰਵਾਈ ਨਾ ਕਰਦਾ। ਸੋ ਇਹ ਠੀਕ ਆ, ਆਪਾਂ ਹਿਊਮਨ ਟੱਚ ਹੀ ਛੱਡ ਦਿੱਤਾ। ਆਪਾਂ ਇੰਨੇ ਮਤਲਬ ਮੈਂ ਕਹੂੰਗਾ ਵੀ ਬੇਕਿਰਕ ਹੋਈ ਜਾ ਰਹੇ ਹਾਂ ਵੀ ਆਪਾਂ ਇਹ ਚੀਜ਼ਾਂ ਬਾਰੇ ਵੀ ਨਹੀਂ ਸੋਚ ਰਹੇ ਵੀ ਯਾਰ ਵੀ ਕਿਸੇ ਦੇ ਅਗਰ ਬੇਕਸੂਰ ਨਿਕਲਿਆ ਹੋ, ਅਗਰ ਮੰਨ ਲਓ ਕੱਲ ਨੂੰ ਸੰਗਤ ਸਿੰਘ ਗਿਲਜੀਆਂ ਬੇਕਸੂਰ ਨਿਕਲਦਾ, ਦਲਜੀਤ ਸਿੰਘ ਗਿਲਜੀਆਂ ਨੂੰ ਜਿਹੜਾ ਤੁਸੀਂ ਟਾਈਮ ਅੰਦਰ ਕਟਾਇਆ, ਜਿਹੜੀ ਹਰਾਸਮੈਂਟ ਕੀਤੀ, ਜਿਹੜਾ ਤੁਸੀਂ ਉਹਨੂੰ ਪੇਂਟ ਕਰਤਾ ਵੀ ਅੱਜ ਉਹ ਕਰਪਟ ਆ, ਉਹ ਤਾਂ ਚੀਜ਼ਾਂ ਵਾਪਸ ਨਹੀਂ ਆਉਣੀਆਂ ਨਾ। ਇਹ ਠੀਕ ਆ, ਜਿਹੜੇ ਕਰਪਟ ਹੈਗੇ ਆ ਉਹਨਾਂ ਨੂੰ ਸਜ਼ਾ ਦਿਓ। ਅਸੀਂ ਤੁਹਾਡੇ ਨਾਲ ਸਵਾਗਤ ਕਰਾਂਗੇ। 4-5 ਨਾਮ ਆ ਰਹੇ ਨੇ, ਤੁਹਾਡੇ ਸਾਬਕਾ ਮੁੱਖ ਮੰਤਰੀ ਦਾ ਨਾਮ ਵੀ ਆ ਰਿਹਾ ਹੈ। ਇਹ ਸਾਰੇ ਦੁੱਧ ਧੋਤੇ ਹੋ ਸਕਦੇ ਆ? ਨਹੀਂ, ਮੈਂ ਤਾਂ ਨਹੀਂ ਕਹਿੰਦਾ। ਮੈਂ ਤਾਂ ਕਿਸੇ ਨੂੰ ਕਿਉਂ, ਮੈਂ ਕਿੱਥੋਂ ਸਰਟੀਫਿਕੇਟ ਦੇਣ ਵਾਲਾ? ਮੈਂ ਕੌਣ ਹੁੰਦਾ? ਮੈਂ ਤਾਂ ਨਹੀਂ ਕਿਸੇ ਨੂੰ ਸਰਟੀਫਿਕੇਟ ਦੇ ਰਿਹਾ ਵੀ ਕੋਈ ਆਪਣਾ ਇਹ ਦੁੱਧ ਧੋਤਾ ਹੋਊਗਾ। ਤੁਸੀਂ ਅਗਰ ਸਬੂਤ ਹੈਗੇ ਆ ਤੁਸੀਂ ਬਿਲਕੁਲ ਪੇਸ਼ ਕਰੋ, ਪਰ ਲੇਕਿਨ ਪਾਰਦਰਸ਼ਤਾ ਰੱਖੋ ਨਾ। ਇੱਕ ਪਾਸੇ ਤਾਂ ਤੁਹਾਡੇ MLA ਸ਼ਰੇਆਮ ਦਬਕੇ ਮਾਰ ਰਹੇ ਆ, ਇੱਕ ਪਾਸੇ ਤੁਹਾਡੇ ਵਰਕਰ ਟਰੱਕ ਯੂਨੀਅਨਾਂ ਤੇ ਕਬਜ਼ੇ ਲੈ ਰਹੇ ਆ, ਤੁਹਾਡਾ ਮੰਤਰੀ ਆਪ ਕਰਪਸ਼ਨ ਦੇ ਵਿੱਚ ਫੜਿਆ ਜਾ ਰਿਹਾ, ਤੁਹਾਡੇ ਹੋਰ ਬਾਕੀ ਕਈ ਮੰਤਰੀਆਂ ਨੇ ਆਪਣੇ ਮਹੀਨੇ ਬੰਨ੍ਹ ਲਏ ਆ। ਤੁਸੀਂ ਤੁਹਾਡੇ ਹੁਣ ਤੁਸੀਂ ਕਹੋਗੇ ਮੈਂ ਇਹਨਾਂ ਦੇ ਵੀ ਐਲੀਗੇਸ਼ਨਸ ਆ ਨਾ। ਮੈਂ ਵੀ ਤੁਹਾਨੂੰ ਇਹ ਕਹਿੰਦਾ ਇਹਨਾਂ ਦੇ ਕਈ MLA ਆ ਜਿਹੜੇ ਫੈਕਟਰੀਆਂ ਤੋਂ ਪੈਸੇ ਲੈਣ ਲੱਗ ਪਏ ਆ, ਕਈ MLA ਆ ਜਿਨ੍ਹਾਂ ਨੇ ਮਹੀਨੇ ਬੰਨ੍ਹ ਲਏ ਆ, ਲੇਕਿਨ ਮੇਰੇ ਕੋਲ ਸਬੂਤ ਨਹੀਂ ਹੈਗੇ ਨਾ। ਹੁਣ ਮੈਂ ਸਬੂਤ ਨਾ ਹੋਣ ਕਰਕੇ ਮੈਂ ਆਪਣਾ ਕੀ ਕਹਿੰਦੇ ਸਰ, ਮੇਰੇ ਕਹਿਣ ਨਾਲ ਕੋਈ ਚੋਰ ਨਹੀਂ ਹੋ ਜਾਊਗਾ, ਉਹੀ ਇਹਨਾਂ ਦੇ ਕਹਿਣ ਨਾਲ ਕੋਈ ਚੋਰ ਨਹੀਂ ਹੋ ਜਾਊਗਾ। ਅੱਜ ਤੁਸੀਂ ਜਿਹੜਾ ਸੰਗਤ ਸਿੰਘ ਗਿਲਜੀਆਂ ਦੇ ਉੱਤੇ ਜਿਹੜਾ ਕੇਸ ਕੀਤਾ, ਅਗਰ ਤੁਸੀਂ ਇਹ ਫੈਕਟਸ ਜਾਓ, ਤਰਾਸ਼ਦੀ ਆ, ਉਹ ਫੈਕਟਸ ਨਹੀਂ ਜਾਂਦੇ। ਉਹਨੇ ਤਾਂ ਜਿੰਨੇ ਉਹਨਾਂ ਦੇ ਦਰਖਤ ਕੱਟਣ ਦੀ ਉਹ ਗੱਲ ਕਰ ਰਹੇ ਆ, ਉਹਨੇ ਤਾਂ ਟੋਟਲ ਰਿਕਾਰਡ ਦੇ ਵਿੱਚ ਦਰਖਤ ਨਹੀਂ ਕੱਟੇ ਗਏ। ਰਿਕਾਰਡ ਦੇ ਵਿੱਚ ਉਹਨੇ ਦਰਖਤ ਨਹੀਂ ਕੱਟੇ ਗਏ 3 ਮਹੀਨਿਆਂ ਦੇ ਵਿੱਚ, ਜਿੰਨੇ ਇਹਨਾਂ ਨੇ ਉਹਦੇ ਤੇ ਇਲਜ਼ਾਮ ਲਾਤਾ ਵਾ। ਤਾਂ ਉਹ FIR ਕੁਐਸ਼ ਹੋਣ ਦੀ ਕਗਾਰ ਦੇ ਉੱਤੇ ਸੀਗੀ। ਇਹਨਾਂ ਨੇ ਆਪਣਾ ਕੇਸ ਕਮਜ਼ੋਰ ਹੁੰਦੇ ਵੇਖ ਕੇ ਇਹਨਾਂ ਨੇ ਮੁੰਡਾ ਫੜ ਲਿਆ ਔਰ ਇੱਕ ਨਵਾਂ ਉੱਥੇ ਲਕੂਨਾ ਘੜਤਾ ਵੀ ਹਾਂ ਇਹ ਮੁੰਡਾ ਕਰਪਟ ਸੀਗਾ, ਜਦ ਕਿ ਉਹ ਗਲਤ ਆ। ਮੈਂ ਇਹੀ ਕਹਿ ਰਿਹਾ ਨਾ, ਫਿਰ ਸਰਕਾਰਾਂ ਆਪਣੀ ਏਜੰਡੇ ਨੂੰ ਪ੍ਰਮੋਟ ਕਰਨ ਨੂੰ ਕਿਸੇ ਨੂੰ ਵੀ ਆਪਣਾ ਕੀ ਕਹਿੰਦੇ, ਕਿਸੇ ਨੂੰ ਵੀ ਫੜ ਕੇ ਅੰਦਰ ਦੇ ਦਿੰਦੀ ਆ, ਕਿਸੇ ਦੇ ਵੀ ਕਰੈਕਟਰ ਅਸੈਸੀਨੇਸ਼ਨ ਕਰ ਦਿੰਦੀ ਆ ਔਰ ਕਿਸੇ ਨੂੰ ਵੀ ਠੋਕ ਦਿੰਦੀ ਆ। ਇਹ ਗਲਤ ਆ। ਤੁਸੀਂ ਅਗਰ ਤੁਸੀਂ ਹਿਮਾਚਲ ਜਾ ਕੇ ਰਾਜਨੀਤੀ ਕਰਨੀ ਆ, ਗੁਜਰਾਤ ਜਾ ਕੇ ਰਾਜਨੀਤੀ ਕਰਨੀ ਆ, ਜੀ ਸਦਕੇ ਕਰੋ, ਲੇਕਿਨ ਬੇਕਸੂਰਾਂ ਨੂੰ ਔਰ ਜਿਨ੍ਹਾਂ ਨੇ ਕਸੂਰ ਨਹੀਂ ਆ ਉਹਨਾਂ ਨੂੰ ਠੋਕ ਕੇ ਨਾ ਕਰੋ। ਫਿਰ ਤਾਂ 92 ਦੇ ਵਿੱਚ ਜਦੋਂ ਆਪਾਂ ਜਿਹੜੇ ਲੋਕ ਰੌਲਾ ਪਾਉਂਦੇ ਆ, ਉਦੋਂ ਨਹੀਂ ਨੌਜਵਾਨ ਫੜ ਕੇ ਅੰਦਰ ਦਿੱਤੇ, ਉਦੋਂ ਵੀ ਤਾਂ ਬੇਕਸੂਰਾਂ ਨੂੰ ਫੜ ਕੇ ਅੰਦਰ ਦਿੱਤਾ ਨਾ ਸਰਕਾਰ ਨੇ ਆਪਣੀ ਉਸ ਚੀਜ਼ ਨੂੰ ਕਰਨ ਵਾਸਤੇ। ਤੇ ਫਿਰ ਉਹਨਾਂ 'ਚ ਔਰ ਇਹਨਾਂ 'ਚ ਫਰਕ ਕੀ ਰਹਿ ਜਾਊਗਾ? ਤੁਸੀਂ ਕਹਿੰਦੇ ਫਰਕ ਕੀ ਰਹਿ ਜਾਊਗਾ? ਪਰ ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਆਪ ਦੀ। ਹਾਲਾਂਕਿ ਜਿਸ ਤਰੀਕੇ ਨਾਲ ਕਾਂਗਰਸ ਦੇ ਹਾਲਾਤ ਨੇ, ਕਾਂਗਰਸ ਦਾ ਇੱਕ ਸਾਬਕਾ ਪ੍ਰਧਾਨ ਭਾਜਪਾ ਚਲੇ ਜਾਂਦੇ ਨੇ, ਇੱਕ ਸਾਬਕਾ ਪ੍ਰਧਾਨ ਨੂੰ ਪੰਜਾਬ ਕਾਂਗਰਸ ਨੂੰ ਜੇਲ੍ਹ ਹੋ ਜਾਂਦੀ ਆ, ਉਹ ਅੰਦਰ ਹੈ। ਮੌਜੂਦਾ ਜਿਹੜੀ ਇੱਕ ਪੁਰਾਣੀ ਕੈਬਨਿਟ ਸੀ ਉਹ ਛੱਡ ਕੇ ਭਾਜਪਾ ਚਲੀ ਗਈ ਹੈ। ਬੇਸ਼ੱਕ ਅਸੀਂ ਕਹਿ ਦਈਏ ਕਿ ਸੱਤਾਧਾਰੀ ਪਾਰਟੀ ਕਾਂਗਰਸ ਦੇ ਜਿਹੜੇ ਸਾਬਕਾ ਮੰਤਰੀ ਉਹਨਾਂ 'ਤੇ ਕਾਰਵਾਈ ਕਰਦੀ ਨਜ਼ਰ ਆਉਂਦੀ ਆ, ਉਹਨਾਂ ਦੇ ਕਿਤੇ ਨਾ ਕਿਤੇ ਖਿਲਾਫ ਚੱਲਦੀ ਨਜ਼ਰ ਆਉਂਦੀ ਆ, ਲੇਕਿਨ ਹੁਣ ਤਾਂ ਕਾਂਗਰਸ ਵਾਲੇ ਵੀ ਕਾਂਗਰਸ ਦੇ ਖਿਲਾਫ ਚੱਲਦੇ ਨਜ਼ਰ ਆਉਂਦੇ ਨੇ। ਜੇ ਭਾਜਪਾ ਪੰਜਾਬ ਦੀ ਵੇਖੀ ਜਾਵੇ ਤਾਂ ਕਾਂਗਰਸ ਵਰਸਸ ਕਾਂਗਰਸ ਹੀ ਨਜ਼ਰ ਆ ਰਿਹਾ। ਦੇਖੋ, ਕਾਂਗਰਸ ਦੀਆਂ ਬਹੁਤ ਕਮੀਆਂ ਵਾ, ਠੀਕ ਆ, ਤਾਂ ਹੀ ਅੱਜ ਇਹ ਹਾਲਾਤਾਂ 'ਚ ਬਣੇ। ਨਹੀਂ ਤਾਂ ਐਡੀ ਵੱਡੀ ਪਾਰਟੀ ਹੋਵੇ, ਮਤਲਬ ਓਪੋਜੀਸ਼ਨ ਨਾਮ ਦੇ ਉੱਤੇ ਮੇਰੇ ਹਿਸਾਬ ਨਾਲ ਨਹੀਂ ਕਾਂਗਰਸ ਦੇ ਮੂਹਰੇ ਕੋਈ ਵੀ ਖੜ ਸਕਦਾ ਸੀ। ਕਾਂਗਰਸ ਹੀ ਕਾਂਗਰਸ ਨੂੰ ਹਰਾਉਂਦੀ ਆ, ਇਹ ਵੀ ਇੱਕ ਨੋਸ਼ਨ ਹੈਗਾ ਵਾ। ਸੋ ਕਮੀਆਂ ਹੈਗੀਆਂ ਵਾ ਕਾਂਗਰਸ ਪਾਰਟੀ 'ਚ ਵੀ, ਲੇਕਿਨ ਉਵੇਂ ਜਿਵੇਂ ਕਮੀਆਂ ਵਾ ਉਵੇਂ ਚੰਗੀਆਂ ਗੱਲਾਂ ਵੀ ਬਹੁਤ ਹੈਗੀਆਂ। ਕਈ ਨਵੀਂ ਲੀਡਰਸ਼ਿਪ ਨੂੰ ਮੌਕਾ ਮਿਲ ਰਿਹਾ ਇੱਥੇ, ਕਈਆਂ ਨੂੰ ਇਸ ਪਾਰਟੀ ਨੇ, ਭਾਵੇਂ ਰਾਜਾ ਵੜਿੰਗ ਜੀ ਵੇਖ ਲਓ, ਅੱਜ 43 ਸਾਲਾਂ ਦੀ ਉਮਰ 'ਚੋਂ ਪ੍ਰਧਾਨ ਆ। ਅਕਾਲੀ ਦਲ ਦੇ ਵਿੱਚ ਕੋਈ ਸੋਚ ਸਕਦਾ ਅੱਜ ਪ੍ਰਧਾਨਗੀ ਨੂੰ ਲੈ ਕੇ ਵੀ ਕਿਤੇ ਮਤਭੇਦ ਹੈਗੇ ਨੇ ਕਾਂਗਰਸ ਅੰਦਰ ਹੀ? ਮਤਭੇਦ ਹੋਣਗੇ ਭਾਜੀ, ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਦੇ ਵਿੱਚ ਮਤਭੇਦ ਵੀ ਹੋਣਗੇ, ਡੈਮੋਕ੍ਰੇਸੀ ਦੇ ਵਿੱਚ ਵਿਚਾਰਾਂ ਦਾ ਫਰਕ ਵੀ ਆਊਗਾ, ਲੇਕਿਨ ਜਦੋਂ ਲੋੜ ਪੈਂਦੀ ਆ ਉਦੋਂ ਇਕੱਠੇ ਹੋਣ ਦੀ ਲੋੜ ਹੁੰਦੀ ਆ। ਪਿਛਲੀ ਵਾਰ ਜਦੋਂ ਲੋੜ ਪਏ ਤੇ ਅਸੀਂ ਇਕੱਠੇ ਨਹੀਂ ਹੋਏ,
ਪਿਛਲੀ ਵਾਰ ਤੇ ਲੋੜ ਪਈ ਤੇ ਵੀ ਮਿਜ਼ਾਈਲਾਂ ਸਾਰੀਆਂ ਵੱਖਰੀਆਂ ਚੱਲਦੀਆਂ ਰਹੀਆਂ। ਜਿਮਨੀ ਚੋਣ 'ਚ ਵੀ ਵੱਖਰੇ ਰਹੇ ਹੋ ਕਿਉਂਕਿ ਬਹੁਤ ਸਾਰੇ ਹਲਕੇ ਤੁਹਾਡੇ ਵਿਹਲੇ ਹੀ ਰਹੇ ਨੇ, ਜੇ ਆਏ ਤਾਂ ਅਖੀਰਲੇ ਦਿਨਾਂ 'ਚ ਆਏ। ਨਹੀਂ ਦੇਖੋ, ਸੰਗਰੂਰ ਜੀਵਨੀ ਚੋਣ ਸਰਕਾਰ ਦੇ ਉਲਟ ਵੈਸੇ ਵੀ ਲੜਨੀ ਸੌਖੀ ਨਹੀਂ ਹੁੰਦੀ। ਅਸੀਂ ਤਾਂ ਆਪ ਇਸ ਚੀਜ਼ ਨੂੰ ਮੰਨਦੇ ਹਾਂ। ਜਿਸ ਤਰੀਕੇ ਨਾਲ ਸਫਲਤਾ ਨਹੀਂ ਹਾਸਲ ਕਰ ਵੇਖੋ ਕਿਵੇਂ ਸਾਡੇ ਮੰਤਰੀਆਂ ਦੇ ਉੱਤੇ ਉਦੋਂ ਪਰਚੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਾਡੇ ਸਾਬਕਾ ਮੰਤਰੀਆਂ ਦੇ ਉੱਤੇ ਕਿਵੇਂ ਕਈਆਂ ਨੂੰ ਡਰਾਇਆ, ਔਰ ਨਤੀਜਾ ਇਹਨਾਂ ਨੂੰ ਮਿਲ ਗਿਆ, ਨਤੀਜਾ ਇਹਨਾਂ ਨੂੰ ਭੁਗਤਣਾ ਪਿਆ। ਲੋਕੀ ਸ਼ਾਇਦ ਪਿੰਡ ਦੇ ਵਿੱਚ ਤੁਸੀਂ ਵੇਖੋ ਇਹ ਕੈਮਰਿਆਂ ਤੇ ਟੀਵੀਆਂ ਦੇ ਉੱਤੇ ਡਿਬੇਟਾਂ ਦੇ ਉੱਤੇ ਇੱਕ ਰਾਜਨੀਤੀ ਵੱਖਰੀ ਤੌਰ ਤੇ ਹੁੰਦੀ, ਲੇਕਿਨ ਪਿੰਡ ਦੀ ਰਾਜਨੀਤੀ ਵੱਖਰੀ ਹੁੰਦੀ ਹੈ। ਜਿਹੜਾ ਪਿੰਡ ਦਾ ਬੰਦੇ ਨੇ ਕੰਮ ਲੈਣਾ ਹੁੰਦਾ ਸਰਕਾਰ ਦੇ ਵਿੱਚ ਅਕਸਰ ਇਸ ਕਰਕੇ ਜਿੱਦਾਂ ਵੀ ਯਾਰ ਮੇਰੀ ਸੱਤਾਧਰ ਸਰਕਾਰ ਆ, ਸਰਪੰਚ ਕੱਲ ਨੂੰ ਮੈਨੂੰ ਰਗੜ ਨਾ ਦੇਵੇ, ਕੱਲ ਨੂੰ ਮੇਰੇ ਕੰਮ ਨਾ ਕਰੇ, ਕੱਲ ਨੂੰ ਮੈਨੂੰ ਤੰਗ ਨਾ ਕਰੇ, ਉੱਥੇ ਤਾਂ ਜਾ ਕੇ ਵੋਟਾਂ ਥੱਲੇ ਤੱਕ ਐਨ ਕੱਲੀ ਵੰਡੀ ਜਾਂਦੀ ਆ। ਕੋਈ ਸਰਕਾਰੀ ਮੁਲਾਜ਼ਮ ਹੁੰਦਾ ਉਹਨੂੰ ਇਹ ਡਰ ਹੁੰਦਾ ਯਾਰ ਮੇਰੀ ਬਦਲੀ ਨਾ ਹੋ ਜੇ, ਉਹ ਵੋਟਾਂ ਤਾਂ ਅਕਸਰ ਸਰਕਾਰ ਨੂੰ ਪੈ ਜਾਂਦੀਆਂ। ਇਸ ਕਰਕੇ ਉਮੀਦ ਘੱਟ ਹੁੰਦੀ ਆ ਇਹੋ ਜਿਹੇ ਟਾਈਮ ਦੇ ਵਿੱਚ ਕਿਤੇ ਦੂਜੀ ਪਾਰਟੀ ਨੂੰ ਜਿੱਤਣ ਦੀ। ਲੇਕਿਨ ਉੱਥੇ ਤੁਸੀਂ ਵੇਖੋ ਲੋਕਾਂ ਨੇ ਕਾਂਗਰਸ ਵੀ ਨਹੀਂ ਜਿਤਾਈ, ਬੀਜੇਪੀ ਨੂੰ, ਉਹਨਾਂ ਕਹਾ ਵੀ ਚੱਲ ਐਤਕੀ ਇਹਨਾਂ ਨੂੰ ਜਿਤਾ ਦਿਓ, ਸਿਮਰਜੀਤ ਮਾਨ ਉਹਨਾਂ ਨੂੰ, ਉਹਨਾਂ ਨੇ ਇੱਕ ਮੌਕਾ ਉਹਨਾਂ ਨੂੰ ਵੀ ਦੇ ਦਿੱਤਾ। ਮੇਰਾ ਕਹਿਣ ਦਾ ਮਤਲਬ ਅੱਜ ਪੰਜਾਬ ਦੇ ਵਿੱਚ ਜਿਹੜਾ ਹਾਲਾਤ ਆ ਬੜੇ ਅਨਸਟੇਬਲ ਆ। ਪੰਜਾਬ ਦੇ ਵਿੱਚ ਲੋਕ ਇੱਕ ਚਿਹਰਾ ਲੱਭ ਰਹੇ ਆ ਜਿਹੜੇ ਅੰਦਰ ਉਹ ਵਿਸ਼ਵਾਸ ਕਰ ਸਕਣ, ਜਿਹਨੂੰ ਉਹ ਮਹਿਸੂਸ ਕਰਨ ਵੀ ਜਿਹੜਾ ਪੰਜਾਬੀਅਤ ਦੀ ਗੱਲ ਕਰੇ, ਪੰਜਾਬ ਦੀ ਗੱਲ ਕਰੇ। ਔਰ ਉਹ ਅੱਜ ਵੀ ਪੰਜਾਬ ਦਾ ਕੋਈ ਫਾਈਨਲ ਡਿਸੀਜਨ ਨਹੀਂ ਹੋਇਆ, ਭਾਵੇਂ ਇਹਨਾਂ ਦੀ ਸਰਕਾਰ ਬਣਾਤੀ ਉਹਨਾਂ ਨੇ ਸਾਨੂੰ ਠੋਕਣ ਨੂੰ ਇਹਨਾਂ ਦੀ ਸਰਕਾਰ ਤਾਂ ਬਣਾਤੀ ਆ, ਲੇਕਿਨ ਅੱਜ ਵੀ ਪੰਜਾਬ ਇਹਨਾਂ ਤੇ ਖੜਾ ਨਹੀਂ ਹੋਇਆ। ਪੰਜਾਬ ਦੇ ਲੋਕ ਇਹਨਾਂ ਤੇ ਖੜੇ ਨਹੀਂ ਆ। ਪੰਜਾਬ ਦੇ ਲੋਕ ਇਹ ਨਹੀਂ ਮੰਨ ਰਹੇ ਜਿਹੜੇ ਰਾਹ ਤੇ 3 ਮਹੀਨਿਆਂ 'ਚ ਜਿਹੜਾ ਇਹਨਾਂ ਨੇ ਜਲੂਸ ਕੱਢ ਲਿਆ, ਜਿਹੜਾ ਉਹ ਲੋਕੀ ਇਹਨਾਂ ਨੂੰ ਨਕਾਰ ਚੁੱਕ, ਮਤਲਬ ਇੰਨੀ ਛੇਤੀ ਸਰਕਾਰਾਂ ਫੇਲ ਨਹੀਂ ਹੁੰਦੀਆਂ। ਸਵਾਲ ਹੈ, ਤੁਸੀਂ ਕਿਹਾ ਪੰਜਾਬ ਦੇ ਲੋਕ ਅੱਜ ਵੀ ਸਟੈਂਡ ਤੇ ਨਹੀਂ ਹੈਗੇ, ਜਾਂ ਪੰਜਾਬ ਦੇ ਲੋਕ ਅੱਜ ਵੀ ਆਪਣਾ ਪੱਖ ਸਪਸ਼ਟ ਨਹੀਂ ਕਰ ਪਾਏ। ਪੱਖ ਕਦੋਂ ਕਰਨਗੇ? 10 ਸਾਲ ਅਕਾਲੀ ਦਲ ਰਿਹਾ, ਤੁਹਾਡੀ ਕਾਂਗਰਸ ਸਰਕਾਰ ਆਉਂਦੀ ਆ, ਉਦੋਂ ਬਾਅਦ 15 ਸਾਲ ਦੀ ਇੱਕ ਪੂਰੀ ਰਾਜਨੀਤੀ ਨੂੰ ਵੇਖ ਕੇ ਪੰਜਾਬ ਦੇ ਲੋਕ ਇਹਨਾਂ ਨੂੰ ਮੌਕਾ ਦਿੰਦੇ ਆ, ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਆ। ਕਿੱਥੇ ਖੜਨਗੇ? ਪੰਜਾਬ ਨੂੰ ਉਹ ਚਿਹਰਾ ਮਿਲ ਨਹੀਂ ਰਿਹਾ, ਪੰਜਾਬ ਨੂੰ ਲੀਡਰਸ਼ਿਪ ਕਿਉਂ ਨਹੀਂ ਮਿਲਦੀ? ਦੇਖੋ ਪੰਜਾਬ, ਮੈਨੂੰ ਲੱਗਦਾ ਜਿਹੜੀ ਨਵੀਂ ਜਨਰੇਸ਼ਨ ਆਈ ਆ, ਜਦ ਦਾ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਇਨਫੋਰਮੇਸ਼ਨ ਦਾ ਜ਼ਿਆਦਾ ਇੱਕਦਮ ਮਤਲਬ ਮੋਬਾਈਲ ਦਾ ਮਤਲਬ ਤੁਹਾਡੇ ਵੈਬ ਚੈਨਲਸ ਹੋ ਗਏ ਜਾਂ ਇਹ ਸਾਰਾ ਇਨਫੋਰਮੇਸ਼ਨ ਬਹੁਤ ਜ਼ਿਆਦਾ ਆਉਣ ਲੱਗ ਪਈ ਔਰ ਪੰਜਾਬ ਦੇ ਨੌਜਵਾਨ ਇੱਕਦਮ ਮਤਲਬ ਦੁਨੀਆ ਨਾਲ ਕਨੈਕਟ ਹੋਇਆ। ਠੀਕ ਆ, ਮੈਨੂੰ ਇਹ ਲੱਗਦਾ ਵੀ ਅੱਜ ਇੱਕ ਨਵੀਂ ਜਨਰੇਸ਼ਨ ਆ ਜਿਹੜੀ ਸਾਰਿਆਂ ਨੂੰ ਪਰਖ ਰਹੀ ਆ, ਦੇਖ ਰਹੀ ਆ। ਔਰ ਇਹਦੇ ਵਿੱਚ ਵੀ ਕਹਿਣ 'ਚ ਕੋਈ ਗਰੇਜ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਵੀ ਪੰਜਾਬ ਦਾ ਜਿਹੜਾ ਨੌਜਵਾਨ ਆ ਹਾਲੇ ਇੰਨਾ ਮੈਚਿਓਰ ਨਹੀਂ ਹੋਇਆ। ਹਾਲੇ ਪੰਜਾਬ ਦਾ ਨੌਜਵਾਨ ਤੁਸੀਂ ਵੇਖੋ, ਪਹਿਲੋਂ ਦੀਪ ਸਿੱਧੂ ਬਾਰੇ ਕੀ ਕੁਝ ਬੋਲਦਾ ਨੌਜਵਾਨ, ਬਿਲਕੁਲ, ਔਰ ਫਿਰ ਲੱਖਾਂ ਦਾ ਇਕੱਠ ਹੋ ਜਾਂਦਾ ਉਹਦੇ ਭੋਗ ਤੇ। ਬਿਲਕੁਲ, ਸਿੱਧੂ ਮੂਸੇਵਾਲੇ ਨੂੰ ਨੌਜਵਾਨ ਕੀ ਕੁਝ ਬੋਲਦੇ ਆ, ਔਰ ਬਾਅਦ 'ਚ ਉੱਥੇ ਜਾ ਕੇ ਆਪਣਾ ਸਿੱਧੂ ਮੂਸੇਵਾਲੇ ਦੇ ਕਹਿੰਦੇ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਸੋ ਨੌਜਵਾਨ ਵੀ ਕਿਤੇ ਨਾ ਕਿਤੇ ਆਪਣਾ ਆਈਡੀਅਲ ਹੀਰੋ ਦੀ ਤਲਾਸ਼ ਦੇ ਵਿੱਚ, ਔਰ ਉਹ ਵੇਵਰ ਹੋ ਰਿਹਾ ਬਾਰ-ਬਾਰ। ਸਿਮਰਜੀਤ ਮਾਨ ਤੇ ਵੀ ਜਾ ਕੇ ਖੜ ਗਏ। ਉਸ ਤੋਂ ਪਹਿਲਾਂ ਅਗਰ ਤੁਸੀਂ ਕਹੋ ਵੀ ਰਾਜੇ ਵੜਿੰਗ ਹੋਣਾ ਦੀ, ਪ੍ਰਤਾਪ ਬਾਜਵੇ ਹੋਣਾ ਦੀ, ਸਾਡੇ ਲੀਡਰਾਂ ਦੀ, ਉਹਨਾਂ ਦੀ ਵੀ ਇੱਕ ਆਪਣੀ ਫੋਲੋਇੰਗ। ਲੇਕਿਨ ਪੰਜਾਬ ਦਾ ਨੌਜਵਾਨ, ਮੈਂ ਇਹ ਕਹੂੰਗਾ ਵੀ ਅੱਜ ਦੇ ਸਮੇਂ ਦੇ ਵਿੱਚ ਇਸ ਇੱਕ ਸਥਿਰ ਜਗ੍ਹਾ ਦੇ ਉੱਤੇ ਖੜਾ ਨਹੀਂ ਹੈ, ਉਹਨੂੰ ਭਰੋਸਾ ਨਹੀਂ ਅੱਜ ਕਿਸੇ ਤੇ ਵੀ। ਉਹਨਾਂ ਨੇ ਕਿਸਾਨੀ ਅੰਦੋਲਨ 'ਚ ਆਪਣਾ ਹੀਰੋ ਲੱਭਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕਿਸਾਨਾਂ ਦੇ ਲੀਡਰਾਂ ਨੂੰ ਆਪਣਾ ਲੀਡਰ ਮੰਨਿਆ, ਲੇਕਿਨ ਉਹਨਾਂ ਹੀ ਲੀਡਰਾਂ ਨੂੰ ਵਿਧਾਨ ਸਭਾ ਦੇ ਵਿੱਚ ਜ਼ਮਾਨਤਾਂ ਜ਼ਬਤ ਹੋਈਆਂ। ਸੋ ਇਹ ਪੰਜਾਬ ਦੇ ਜਿਹੜੀ ਜਵਾਨੀ ਆ, ਪੰਜਾਬ ਦੀ ਜਿਹੜੀ ਅੱਜ ਲੀਡਰਸ਼ਿਪ ਆ, ਉਹ ਹਰੇਕ ਕੋਈ ਸੋਸ਼ਲ ਐਕਟਿਵਿਸਟ ਕਿਸੇ ਨੂੰ ਲੱਭ ਲੈਂਦੀ ਆ। ਭਾਵੇਂ ਤੁਸੀਂ ਕਈ ਨੌਜਵਾਨ ਸੀਗੇ ਜਿਹੜੇ ਕਿਸਾਨੀ ਅੰਦੋਲਨ ਸੀਗੇ, ਉਹਨਾਂ ਨੂੰ ਵੀ ਲੋਕਾਂ ਨੇ ਵੋਟਾਂ ਨਹੀਂ ਪਾਈਆਂ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਅੱਜ ਹਾਲੇ ਇੱਕ ਫੇਜ਼ ਆ, ਇਹ ਫੇਜ਼ ਨੂੰ ਸਟੇਬਲ ਹੋਣ ਨੂੰ ਟਾਈਮ ਲੱਗੂਗਾ, ਇਹ ਫੇਜ਼ ਨੂੰ ਆਪਣਾ ਕੀ ਕਹਿੰਦੇ ਸਥਿਰ ਹੋਣ ਨੂੰ ਟਾਈਮ ਲੱਗੂਗਾ, ਔਰ ਫਿਰ ਹੌਲੀ ਜਿਹੜੇ ਸੀਰੀਅਸ ਪੋਲੀਟੀਸ਼ੀਅਨਸ ਹੋਣਗੇ। ਅੱਜ ਤਮਾਸ਼ਬੀਨਾਂ ਦਾ ਵੀ ਟਾਈਮ ਆ, ਅੱਜ ਮਜ਼ਾਕ ਦੇ ਤੌਰ ਦੇ ਉੱਤੇ ਵੀ ਰਾਜਨੀਤੀ ਨੂੰ ਲਿੱਤਾ ਜਾਂਦਾ ਵਾ, ਔਰ ਅੱਜ ਕਲਚਰਲ ਹੀਰੋਜ਼ ਨੂੰ ਵੀ ਆਪਣੇ ਲੋਕ ਆਪਣੇ ਪੋਲੀਟੀਕਲ ਹੀਰੋਜ਼ ਮੰਨ ਲੈਂਦੇ ਆ। ਸੋ ਇਹ ਇੱਕ ਟਾਈਮ ਆਊਗਾ ਜਦੋਂ ਇਹ ਚੀਜ਼ਾਂ ਸਟੇਬਲ ਹੋਣਗੀਆਂ, ਜਦੋਂ ਨੌਜਵਾਨ ਦੀ ਵੀ ਡੈਮੋਕ੍ਰੇਸੀ ਵੀ ਹੌਲੀ ਮੈਚਿਓਰ ਹੁੰਦੀ ਆ, ਨੌਜਵਾਨ ਵੀ ਹੌਲੀ ਉਵੇਂ ਮੈਚਿਓਰ ਹੁੰਦਾ। ਔਰ ਇਹ ਜਿਹੜੀ ਜਨਰੇਸ਼ਨ ਆ, ਖਾਸ ਤੌਰ ਤੇ ਇਹ ਜਨਰੇਸ਼ਨ ਜਿਹੜੀ ਆ ਪੋਸਟ 84 ਵਾਲੀ, ਜਿਨ੍ਹਾਂ ਨੇ 84 ਵੇਖਿਆ ਨਹੀਂ ਆ, ਲੇਕਿਨ ਅੱਜ ਵੀਡੀਓਜ਼ ਰਾਹੀਂ ਆਪਣਾ ਲੋਕਾਂ ਦੀ ਹਿਸਟਰੀ ਨੂੰ ਜਿਹੜੇ ਥੋੜ੍ਹੇ ਬਹੁਤਾ ਪੜ੍ਹਦੇ ਆ ਜਾਂ ਜਿਹੜੀਆਂ ਸੁਣਦੇ ਆ, ਉਹਦੇ ਤਾਂ ਹੀ ਉਹ 84 ਨੂੰ ਉਸ ਦਰਦ ਨੂੰ ਵੀ ਸਮਝਦੇ ਆ, ਔਰ ਨਾਲ ਅੱਗੇ ਪੰਜਾਬ ਦੇ ਦਰਦ ਨੂੰ ਵੀ ਸਮਝ ਰਹੇ ਆ। ਲੇਕਿਨ ਅੱਜ ਵੀ ਇੰਨਾ ਮੈਚੋਰਿਟੀ ਨਹੀਂ ਆ ਵੀ ਅੱਜ ਉਹ ਇਹ ਫੈਸਲਾ ਕਰ ਸਕਣ ਵੀ ਸੀਰੀਅਸ ਪੋਲਿਟਿਕਸ ਔਰ ਸੀਰੀਅਸ ਇਸ਼ੂਜ਼ ਜਿਹੜੇ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਉਹ ਕੀ ਆ। ਜਿਸ ਦਿਨ ਇਹਨਾਂ ਦਾ ਫੈਸਲਾ ਹੋ ਜਾਊਗਾ ਇਸ਼ੂਜ਼ ਦਾ ਔਰ ਆਪਣਾ ਮੁੱਦਿਆਂ ਦਾ, ਉਸ ਸਮੇਂ ਆਪਣੇ ਆਪ ਫਿਰ ਉਹਨਾਂ ਦੇ ਵਿੱਚ ਜਿਹੜੇ ਲੀਡਰ ਫਿੱਟ ਕਰਦੇ ਹੋਣਗੇ, ਉਹ ਆਪਣੇ ਆਪ ਪੰਜਾਬ ਨੂੰ ਅੱਗੇ ਲੈ ਕੇ ਚੱਲ ਜਾਣਗੇ। ਸ਼ੁਕਰੀਆ। ਸੋ ਬਿਲਕੁਲ ਨੌਜਵਾਨਾਂ ਨੂੰ, ਹਾਲਾਂਕਿ ਨੌਜਵਾਨ ਜੋ ਚਾਹੁੰਦੇ ਨੇ ਜ਼ਰੂਰ ਕਿਸੇ ਨਾ ਕਿਸੇ ਦਿਨ ਮਿਲੇਗਾ, ਉਹ ਇੱਛਾ ਜਿਹੜੀ ਪ੍ਰਗਟਾਉਂਦੇ ਨੇ ਉਹ ਪੂਰੀ ਹੋਵੇਗੀ, ਪਰ ਹੋਵੇਗੀ ਕਦੋਂ, ਇਸ ਸਵਾਲ ਦਾ ਜਵਾਬ ਆ ਭਵਿੱਖ ਦੇ ਗਰਭ 'ਚ। ਮੈਂ ਸੁਰਖਾਬ, ਆਪਣੇ ਸਹਿਯੋਗੀ ਜੱਸੀ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।